दोस्तों जिस तरह कि अज करोना काल चल रहा और लोग कई किस्म दी गल्लां कर रहे हैं, कई किस्म का डर है लोगों के अंदर और जानना चाहते हैं कि घर बैठे असी इस बीमारी तो किस तरह बच सकीए, किस तरह का पता लगता है। सारे सवाल माहिर डॉक्टर मौजूद ने, डॉक्टर हरशिंदर कौर जी गलबात उन्होंने नाल करते हैं। मैडम बहुत बहुत स्वागत है जी। जिन्ने भी सुन रहे ने सारिਆਂ ਨੂੰ बहुत बहुत निੱघੀ सत श्री अकाल। मैं सब तो पहला सवाल ये लेना चाहना, थोड़ा अटपटा जरूर लगेगा। कुछ लोग हजे भी कहते हैं कि करोना कुछ नहीं है, इस तरह कुछ नहीं होना, अफवाहां ਇਹ ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ? ਇਸ ਤਰ੍ਹਾਂ ਦੀ ਗੱਲ ਜਿਹੜੇ ਲੋਕ ਕਰਦੇ ਆ, ਕੀ ਉਹਨਾਂ ਦੇ ਵਿੱਚ ਕੁਝ ਸੱਚਾਈ ਹੈ? देखो दुनिया ਵਿੱਚ हर तरह ਦੇ ਲੋਕ ਹੁੰਦੇ ਨੇ। ਜਦੋਂ ਸਪੈਨਿਸ਼ ਫਲੂ ਹੋਇਆ ਸੀ ਜਾਂ ਹੋਰ ਪਹਿਲਾਂ ਮਹਾਮਾਰੀਆਂ ਆਈਆਂ ਸੀ, ਉਹਨਾਂ ਦੌਰਾਨ ਵੀ ਸਾਡੇ ਕੋਲ ਬਹੁਤ ਸਾਰੇ ਇਹੋ ਜਿਹੇ ਤੱਥ ਮੌਜੂਦ ਨੇ ਕਿ ਉਹਨਾਂ ਸਮਿਆਂ ਵਿੱਚ ਵੀ ਲੋਕ ਇਹੀ ਕਹਿੰਦੇ ਰਹੇ ਕਿ ਇਹ ਰੱਬੀ ਕਹਿਰ ਹੈ, ਇਹ ਕੋਈ ਵਾਇਰਸ ਨਹੀਂ ਹੈ, ਯਾਨੀ ਕੋਈ ਵੀ ਇਨਫੈਕਸ਼ਨ ਨਹੀਂ ਹੈ। ਬਿਲਕੁਲ ਇਸੇ ਤਰ੍ਹਾਂ ਤੁਹਾਨੂੰ ਯਾਦ ਹੋਏਗਾ ਕਿ ਦੁਨੀਆ ਜਦੋਂ ਕਿਹਾ ਗਿਆ ਸੀ ਕਿ ਗੋਲ ਹੈ, ਉਦੋਂ ਵੀ ਟੰਗ ਦਿੱਤਾ ਗਿਆ ਸੀ ਉਹਨਾਂ ਨੂੰ ਵੀ ਇਹ ਤਫਾਹੇ ਲਾ ਦਿੱਤਾ ਗਿਆ ਸੀ ਕਿ ਅਸੀਂ ਇਹ ਨਹੀਂ ਮੰਨਣਾ। ਸੋ ਹਰ ਸਦੀ ਵਿੱਚ ਇਹੋ ਜਿਹੇ ਲੋਕ ਨੇ ਜਿਹੜਾ ਵਿਰੋਧ ਕਰਕੇ ਆਪਣਾ ਆਪ ਉਤਾਂਹ ਲਿਆਉਣਾ ਚਾਹੁੰਦੇ ਨੇ ਕਿ ਅਸੀਂ ਹਾਂ, ਸਾਡੀ ਹੋਂਦ ਸਿਰਫ ਇਸੇ ਤੇ ਹੈ ਕਿ ਦੂਜੇ ਦੀ ਲਾਈਨ ਛੋਟੀ ਕੀਤੀ ਜਾਵੇ। ਪਰ ਉਹ ਜਦੋਂ ਸੱਚ ਕਦੇ ਸਦੀਆਂ ਪਹਿਲਾਂ ਵੀ ਨਹੀਂ ਸੀ ਲੁਕ ਸਕਿਆ, ਹੁਣ ਵੀ ਨਹੀਂ ਲੁਕ ਸਕਿਆ, ਜੋ ਕਿ ਟੈਸਟਾਂ ਰਾਹੀਂ ਸਾਡੇ ਕੋਲ ਪੋਜ਼ੀਟਿਵ ਆ ਰਿਹਾ ਹੈ, ਲਾਸ਼ਾਂ ਦੇ ਢੇਰ ਲੱਗ ਰਹੇ ਨੇ। ਜੇ ਹਾਲੇ ਵੀ ਆਪਾਂ ਕਹਿ ਰਹੇ ਹਾਂ ਨਹੀਂ ਹੈ, ਤਾਂ ਕਬੂਤਰ ਜਦੋਂ ਅੱਖਾਂ ਮੀਟ ਕੇ ਬਹਿ ਜਾਂਦਾ ਹੈ, ਬਿੱਲੀ ਨੇ ਫਿਰ ਵੀ ਖਾਈ ਜਾਣਾ ਹੁੰਦਾ। ਸੋ ਇਹੋ ਜਿਹੀਆਂ ਗੱਲਾਂ ਕਰਨ ਵਾਲੇ ਸਲਾਮਤ ਰਹਿਣ, ਉਹਨਾਂ ਦੀ ਆਪਣੀ ਸੋਚ ਹੈ। ਪਰ ਜੋ ਅਸਲੀਅਤ ਹੈ ਮੇਰਾ ਖਿਆਲ ਹੈ ਉਹ ਲੁਕੀ ਨਹੀਂ ਰਹਿਣੀ। ਪਿਛਲੀਆਂ ਮਹਾਮਾਰੀਆਂ ਨੂੰ ਵੇਖ ਕੇ ਹੀ ਸਾਨੂੰ ਜੇ ਅਕਲ ਆ ਜਾਏ ਕਿ ਉਦੋਂ ਬੜੀ ਵੱਡੀ, ਮੈਂ ਤੁਹਾਨੂੰ ਇੰਪੋਰਟੈਂਟ ਗੱਲ ਕਹਿਣਾ ਚਾਹੁੰਦੀ ਹਾਂ, ਉਦੋਂ ਨਾ ਤਾਂ ਟੈਸਟ ਸਨ, ਨਾ ਸਾਡੇ ਕੋਲ ਪੈਟ ਸਕੈਨ ਸੀ, ਨਾ CT ਸਕੈਨ ਸੀ, ਨਾ ਸਾਡੇ ਕੋਲ ਲੈਬੋਰੇਟਰੀਆਂ ਸਨ ਲੱਭਣ ਲਈ। ਦੋ ਚੀਜ਼ਾਂ ਨਾਲ ਉਹ ਫਲੂ ਨੂੰ ਤਗੜੇ ਤਰੀਕੇ ਰੋਕਿਆ ਜਾ ਸਕਿਆ ਸੀ। ਉਸ ਮਹਾਮਾਰੀ ਨੂੰ ਦੋ ਹੀ ਚੀਜ਼ਾਂ ਕੀਤੀਆਂ ਗਈਆਂ ਸੀ। ਪਹਿਲੀ ਚੀਜ਼, ਮੂੰਹ ਬੰਨ੍ਹ ਲਏ ਸਨ ਉਹਨਾਂ ਨੇ, ਮਾਸਕ ਪਾ ਲਏ ਸਨ। ਦੂਜੀ ਚੀਜ਼, ਆਪਣੇ ਆਪ ਘਰਾਂ ਵਿੱਚ ਤੜ ਗਏ ਸਨ। ਤਾਂ ਉਹ ਮਹਾਮਾਰੀ ਉਦੋਂ ਕਾਬੂ ਵਿੱਚ ਆ ਸਕੀ ਸੀ। ਹੁਣ ਸਾਡੀ ਅਫਸੋਸ ਕਿ ਉਹੀ ਚੀਜ਼ ਅੱਜ ਵੀ ਸਭ ਤੋਂ ਵੱਧ ਅਸਰਦਾਰ ਹੈ। ਦੇਖੋ ਉਦੋਂ ਸੈਨੀਟਾਈਜ਼ਰ ਨਹੀਂ ਸਨ, ਪਰ ਮਹਾਮਾਰੀ ਮੁੱਕੀ ਸਿਰਫ ਇੰਨੇ ਨਾਲ ਕਿ ਅਸੀਂ ਇੱਕ ਦੂਜੇ ਤੋਂ ਦੂਰੀ ਬਣਾ ਲਈਏ ਤਾਂ ਕਿ ਜੋ ਹਵਾ ਰਾਹੀਂ ਜਾ ਰਹੀ ਹੈ ਚੀਜ਼ ਉਹਨੂੰ ਜਾਣ ਤੋਂ ਰੋਕ ਸਕੀਏ, ਤਾਂ ਉਹ ਵਾਇਰਸ ਆਪਣੇ ਆਪ ਦੂਜੇ ਸਰੀਰ ਵਿੱਚ ਜਾ ਕੇ ਡਿਵਾਈਡ ਹੀ ਨਹੀਂ ਹੋ ਸਕਣ ਲੱਗੀ ਤਾਂ ਖਤਮ ਹੋ ਜਾਏਗੀ। ਸੋ ਇੰਨੀ ਕੁ ਸਿੰਪਲ ਚੀਜ਼ ਹੈ ਕਿ ਅਸੀਂ ਮਾਸਕ ਪਾਈਏ, ਇੱਕ ਦੂਜੇ ਤੋਂ ਦੂਰੀ ਬਣਾਈਏ, ਆਈਸੋਲੇਸ਼ਨ ਰੱਖੀਏ। ਇਸੇ ਨਾਲ ਹੀ ਅਸੀਂ ਇਹ ਮਹਾਮਾਰੀ ਕਾਬੂ ਕਰ ਸਕਦੇ ਹਾਂ। ਦੇਖੋ ਪਹਿਲਾਂ ਵੀ, ਹਾਲਾਂਕਿ ਤਰੀਕਾ ਲਾਉਣ ਦਾ ਜੋ ਵੀ ਮਰਜ਼ੀ ਤੁਸੀਂ ਸਮਝ ਲਓ ਠੀਕ ਜਾਂ ਗਲਤ, ਪਰ ਇੱਕ ਵਾਰ ਜਦੋਂ ਲੋਕਡਾਊਨ ਹੋਇਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਸਾਰੀ ਦੁਨੀਆ ਵਿੱਚ ਤਬਾਹੀ ਮਚੀ, ਪਰ ਇੱਥੇ ਕਾਫੀ ਹੱਦ ਤੱਕ ਕੰਟਰੋਲ ਰਿਹਾ। ਹੁਣ ਅਸੀਂ ਉਸ ਧੱਜੀਆਂ ਉਡਾਈਆਂ, ਮੈਂ ਕਹਿ ਸਕਦੀ ਹਾਂ ਕਿ ਅਸੀਂ ਹਰ ਚੀਜ਼ ਵਿੱਚ ਕਾਨੂੰਨ ਤੋੜ ਕੇ ਸਵਾਦ ਲੈਂਦੇ ਹਾਂ ਕਿ ਅਸੀਂ ਪਾਰਟੀਆਂ ਵੀ ਕਰ ਲਈਆਂ ਜੀ, ਸਾਡੀ ਉੱਤੇ ਤੱਕ ਪਹੁੰਚ ਹੈ। ਉਹ ਰੱਬ ਨੂੰ ਵੀ ਲੱਗਦਾ ਵੀ ਆ ਜਾਓ ਮੇਰੇ ਕੋਲ ਹੀ ਆ ਜਾਓ, ਫਿਰ ਪਹੁੰਚ ਹੈ। ਤਾਂ ਟੱਬਰ ਦੇ ਟੱਬਰ ਵਾਈਪ ਆਊਟ ਹੋ ਰਹੇ ਨੇ, ਤਗੜੇ ਤਗੜੇ ਘਰਾਂ ਦੇ 6-6 ਜੀ ਇਕੱਠੇ ਸਾਰੇ ਦੇ ਸਾਰੇ ਖਤਮ ਹੋ ਰਹੇ ਨੇ। ਯਾਨੀ ਇੱਕ ਸਮਝ ਹੀ ਆਉਣ ਦੀ ਗੱਲ ਹੈ ਕਿ ਇਹ ਸਭ ਕੁਛ ਇੱਥੇ ਹੀ ਰਹਿ ਜਾਣਾ, ਤਾਂ ਆਪਾਂ ਕਿਹੜੀ ਪਹੁੰਚ ਦੀ ਗੱਲ ਕਰਦੇ ਹਾਂ। ਨਾ ਵੱਡਾ ਛੱਡਿਆ, ਨਾ ਛੋਟਾ ਛੱਡਿਆ, ਇਸਨੇ ਕਿਸੇ ਨੂੰ ਛੱਡਿਆ ਨਹੀਂ। ਬਸ ਇੱਕੋ ਗੱਲ ਹੈ, ਸਾਨੂੰ ਜੇ ਸਮਝ ਆ ਜਾਏ ਕਿ ਅਸੀਂ ਤਾਂ ਨਿਮਾਣੀ ਜੀ ਸ਼ੈ ਆ, ਉੱਥੇ ਜਾਣਾ ਸਭ ਨੇ ਆ। ਇਹ ਤਾਂ ਸਫ਼ਰ ਹੀ ਹੈ ਥੋੜ੍ਹਾ ਜਿਹਾ ਜਿਹੜਾ ਕੱਟ ਰਹੇ ਹਾਂ। ਸੋ ਜਾਣ ਤੋਂ ਪਹਿਲਾਂ ਘੱਟੋ ਘੱਟ ਅਸੀਂ ਕਿਸੇ ਹੋਰ ਲਈ ਕੁਝ ਚੰਗਾ ਕਰ ਜਾਈਏ। ਭਾਈ ਅਸੀਂ ਫੈਲਾਉਣ ਵਿੱਚ ਤਾਂ ਘੱਟੋ ਘੱਟ ਇੱਕ ਹਿੱਸਾ ਨਹੀਂ ਪਾਇਆ, ਇੰਨਾ ਕੀ ਕਰ ਜਾਈਏ ਤਾਂ ਆਪਣੇ ਵੀ ਬਚਣਗੇ, ਘਰ ਦੇ ਆਪਣੇ ਵੀ ਬਚਣਗੇ, ਆਪ ਵੀ ਬਚਾਂਗੇ ਤੇ ਹੋਰ ਵੀ ਕਈ ਜਾਨਾਂ ਬਚਾ ਲਵਾਂਗੇ। ਬਿਲਕੁਲ ਤੁਸੀਂ ਠੀਕ ਕਿਹਾ ਜੀ ਕਿ ਮਹਾਮਾਰੀ ਦਾ ਦੌਰ ਜਦੋਂ ਵੀ ਆਇਆ ਤੇ ਸਮਝਦਾਰੀ ਨਾਲ ਉਸ ਨਾਲ ਲੜਿਆ ਗਿਆ। ਉਸ ਵਕਤ ਦੀ ਤੁਸੀਂ ਗੱਲ ਕੀਤੀ ਹੈ ਜਦੋਂ ਲੈਬੋਰਟਰੀ ਨਹੀਂ ਸੀ, ਸੈਨੀਟਾਈਜ਼ਰ ਨਹੀਂ ਸੀ, ਪਰ ਫਿਰ ਵੀ ਮਹਾਮਾਰੀ ਨੂੰ ਖਤਮ ਕੀਤਾ। ਡਾਕਟਰ ਸਾਹਿਬ ਦੂਸਰਾ ਸਵਾਲ ਇਹ ਹੈ, ਕੁਝ ਲੋਕ ਹਜੇ ਵੀ ਅਵੇਅਰ ਨੇ, ਉਹ ਸੋਚ ਰਹੇ ਹੈ, ਸਮਝ ਰਹੇ ਹੈ ਔਰ ਨਿਆਂ ਜਿਹੜਾ ਸਿਸਟਮ ਹੈਗਾ ਉਸ ਦੀ ਵੀ ਪਾਲਣਾ ਕਰ ਰਹੇ ਹੈ, ਪਰ ਉੱਥੇ ਇੱਕ ਕਨਫਿਊਜ਼ਨ ਰਹਿੰਦੀ ਹੈ। ਲੋਕ ਕਹਿੰਦੇ ਕਿ ਪਤਾ ਨਹੀਂ ਲੱਗਦਾ, ਅੱਜ ਕੋਈ ਹਲਕੀ ਜਿਹੀ ਖਾਂਸੀ ਵੀ ਕਿਸੇ ਨੂੰ ਹੋ ਜਾਵੇ ਜੋ ਪਹਿਲਾਂ ਵੀ ਹੁੰਦੀ ਸੀ, ਕਿਸੇ ਨੂੰ ਨਜ਼ਲਾ ਹੋ ਜਾਵੇ ਜੋ ਪਹਿਲਾਂ ਵੀ ਹੁੰਦਾ ਸੀ, ਉਹ ਤੋਂ ਵੀ ਲੋਕ ਡਰ ਜਾਂਦੇ ਹੈ। ਤੇ ਉਸ ਤੋਂ ਬਾਅਦ ਇੱਕ ਗੱਲ ਕਹੀ ਜਾ ਰਹੀ ਹੈ ਕਿ ਜਿਹੜਾ ਪਹਿਲਾਂ ਕੋਵਿਡ ਸੀ ਇਹ ਉਸ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ। ਇਸ ਤੇ ਤੁਸੀਂ ਕੀ ਸਪਸ਼ਟੀਕਰਨ ਦਿੰਦੇ ਹੋ? ਜੀ दूध का छला ਜਿਹੜਾ ਮਤਲਬ ਨੂੰ ਹਿੰਦੀ 'ਚ ਵੀ ਆਪਾਂ ਉਹੀ ਚੀਜ਼ ਵਰਤ ਰਹੇ ਹਾਂ ਕਿ ਛਾਛ ਵੀ ਫੂਕ ਫੂਕ ਕੇ ਪੀਤਾ। ਐਗਜ਼ੈਕਟਲੀ ਉਹੀ ਹਾਲ ਜੇ ਹੁਣ ਕਿ
ਅਸੀਂ ਉਹ ਇੰਨੀਆਂ ਚੁਫੇਰੇ ਖਬਰਾਂ ਵੀ ਉਹੀ ਦੇਖੇ ਅੱਖਾਂ ਰਾਹੀਂ ਵੀ ਅਸੀਂ ਦੇਖ ਰਹੇ ਹਾਂ, ਚੁਫੇਰੇ ਹਾਹਾਕਾਰ ਮਚੀ ਹੋਵੇ ਤਾਂ ਕਾਰਨ ਜਿੱਦਾਂ ਵੱਡੀ ਪੱਧਰ ਤੇ ਦੱਸ ਦਿੱਤਾ ਜਾਏ ਕਿ ਖੰਘ ਜ਼ੁਕਾਮ ਦੀ ਵਾਇਰਸ ਹੈ, ਤੇ ਮੈਂ ਹੋਰਨਾਂ ਦੀ ਤਾਂ ਬਾਅਦ 'ਚ ਗੱਲ ਕਰਦੀ ਹਾਂ, ਆਪ ਵੀ ਸਾਨੂੰ ਕਦੇ ਨਿੱਛ ਆ ਜਾਏ ਤੇ ਸਭ ਤੋਂ ਪਹਿਲਾ ਡਰ ਇਹੀ ਦਿਲ 'ਚ ਹੁੰਦਾ ਕਿਤੇ ਉਹੀ ਤਾਂ ਨਹੀਂ। ਸੋ ਇਹ ਨਾਰਮਲ ਜਿਹੀ ਗੱਲ ਹੈ ਕਿ ਇਸ ਮਾਹੌਲ ਵਿੱਚ ਤੁਹਾਨੂੰ ਆਮ ਖੰਘ ਜ਼ੁਕਾਮ ਵੀ ਇੱਕ ਵਾਰ ਤਾਂ ਉਹੀ ਲੱਗਦਾ, ਪਰ ਜਦੋਂ ਅਸੀਂ ਦਿਖਦਾ ਹੋਏ ਵੀ ਇੱਕ ਪਾਸੇ ਮੌਤ ਵੀ ਹੋ ਸਕਦੀ ਹੈ ਤਾਂ ਪ੍ਰੀਕਾਸ਼ਨਰੀ ਮੈਜਰਸ ਲੈਣੇ ਜ਼ਿਆਦਾ ਬਿਹਤਰ ਹੁੰਦੇ ਨੇ। ਕੋਈ ਵੱਡੀ ਗੱਲ ਨਹੀਂ ਕਿ ਅਸੀਂ ਖੰਘ ਜ਼ੁਕਾਮ ਨੂੰ ਵੀ ਸੋਚ ਲਈਏ, ਹੋ ਸਕਦਾ ਮਾਈਲਡ ਕਰੋਨਾ ਹੀ ਹੋਵੇ, ਪਰ ਮਾਈਲਡ ਕਰੋਨਾ ਤੇ ਕੋਈ ਡਰਨ ਦੀ ਗੱਲ ਨਹੀਂ, ਘਬਰਾਉਣ ਦੀ ਗੱਲ ਨਹੀਂ। ਤੁਹਾਨੂੰ ਇੰਨਾ ਕੁ ਹੈ ਕਿ ਮੈਨੂੰ ਖੰਘ ਜ਼ੁਕਾਮ ਹੋਇਆ, ਜੇ ਕੋਈ ਨਹੀਂ ਕਰੋਨਾ ਵਾਇਰਸ ਕਿਸੇ ਹੋਰ ਵਾਇਰਸ ਕਰਕੇ ਵੀ ਹੋਇਆ ਤਾਂ ਮੈਂ ਆਪ ਘਰ ਵਿੱਚ ਹਮੇਸ਼ਾ ਜੋ ਸਦੀਆਂ ਤੋਂ ਕਰੀਦਾ ਸੀ ਕਿ ਤੁਸੀਂ ਗਰਾਰੇ ਕਰ ਲਓ, ਤੁਸੀਂ ਭਾਫ ਲੈ ਲਓ, ਇੰਨੀ ਕੁ ਚੀਜ਼ ਹੀ ਕਰੀਦੀ ਹੁੰਦੀ ਸੀ, ਮਲੱਠੀ ਲਈਦੀ ਹੁੰਦੀ ਸੀ, ਜੋ ਪੁਰਾਣੇ ਸਮਿਆਂ 'ਚ ਵੀ ਇਹੀ ਕੀਤਾ ਜਾਂਦਾ ਸੀ। ਤੇ ਉਹੀ ਕੁਝ ਹੁਣ ਵੀ ਓਨਾ ਹੀ ਕਾਰਗਰ ਸਾਬਤ ਹੁੰਦਾ ਕਿ ਤੁਹਾਨੂੰ ਜੇ ਖੰਘ ਜ਼ੁਕਾਮ ਹੋਈ ਹੈ, ਗਰਾਰੇ ਕਰ ਲਓ, ਭਾਫ ਲੈ ਲਓ, ਤੁਸੀਂ ਗਰਮ ਚੀਜ਼ਾਂ ਲਓ, ਠੰਡੀਆਂ ਨਾ ਲਓ, ਜਿਵੇਂ ਆਮ ਆਪਾਂ ਖੰਘ ਜ਼ੁਕਾਮ ਲਈ ਪਰਹੇਜ਼ ਕਰਦੇ ਹਾਂ। ਸਿਰਫ ਇੱਕ ਚੀਜ਼ ਫਾਲਤੂ ਕਿ ਤੁਸੀਂ ਆਪਣੀ ਇਸ ਵੇਲੇ ਜੋ ਅਸੀਂ ਕਹਿੰਦੇ ਹਾਂ ਕਿ ਜੇ ਤੁਹਾਡੇ ਸ਼ੁਰੂਆਤੀ ਲੱਛਣ ਨੇ, ਤੁਹਾਨੂੰ ਲੱਗਦਾ ਵੀ ਅਜੇ ਮੈਨੂੰ ਉਨੀ ਸੀਵੀਅਰ ਕੁਛ ਵੀ ਨਹੀਂ ਹੈ, ਤੁਸੀਂ 1-2 ਦਿਨ ਆਰਾਮ ਨਾਲ ਘਰ ਚੈੱਕ ਕਰ ਸਕਦੇ ਹੋ, ਬੁਖਾਰ ਤਾਂ ਨਹੀਂ ਹੈ, ਤੁਹਾਨੂੰ ਕੋਈ ਤੁਹਾਡੀ ਆਕਸੀਜਨ ਸੈਚੂਰੇਸ਼ਨ ਠੀਕ ਹੈ। ਬਹੁਤ ਇੰਪੋਰਟੈਂਟ ਗੱਲ ਇਹਦੇ ਬਾਰੇ ਵੀ ਹੈ ਕਿਉਂਕਿ ਆਮ ਮੈਂ ਦੇਖਿਆ ਕੋਈ ਅੰਗੂਠੇ 'ਤੇ ਲਾ ਰਿਹਾ ਹੁੰਦਾ, ਕੋਈ ਲਾਂਦੇ ਸਾਰ ਇੱਕਦਮ ਰੌਲਾ ਪਾ ਦਿੰਦਾ 70 ਆ ਗਈ 71 ਆ ਗਈ। ਸੋ 2-3 ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਕਿ ਸਿਰਫ ਪਹਿਲੀ ਜਾਂ ਦੂਸਰੀ ਉਂਗਲ 'ਤੇ ਹੀ ਤੁਸੀਂ ਉਹ ਲਾਣਾ, ਤੇ ਨਹੁੰ ਦੇ ਉੱਪਰ ਆਮ ਤੌਰ 'ਤੇ ਕਈ ਵਾਰ ਪੁੱਠਾ ਵੀ ਲਾ ਜਾਂਦੇ ਨੇ। ਸੋ ਨਹੁੰ ਤੁਸੀਂ ਦੇਖ ਕੇ ਪਾਸੇ 'ਤੇ ਰੱਖੋ ਕਿ ਇਸ ਤਰ੍ਹਾਂ ਲੱਗਣਾ, ਤੇ ਉਹਨੂੰ ਮਸ਼ੀਨ ਨੂੰ ਔਨ ਕਰਕੇ ਜਦੋਂ ਤੁਸੀਂ ਲਾਣਾ 30 ਸੈਕਿੰਡ ਤੋਂ 1 ਮਿੰਟ ਤੱਕ ਉਹ ਇਸ ਤਰ੍ਹਾਂ ਹੀ ਲੱਗੀ ਰਹਿਣੀ ਚਾਹੀਦੀ ਹੈ। ਮਸ਼ੀਨ ਹੈ ਸੋ ਉਹਨੇ ਤੁਹਾਨੂੰ ਟਾਈਮ ਲੈਣਾ, ਜਦੋਂ ਉਹਨੇ ਦੱਸਣਾ ਕਿ ਇਹ ਐਗਜ਼ੈਕਟ ਫਿਗਰ ਕੀ ਹੈ, ਜੋ ਕਿ ਸ਼ੁਰੂਆਤੀ ਹੋ ਸਕਦਾ 80 ਦਿਖਾਵੇ ਤਾਂ ਫਿਰ ਉਹ 94-97 ਤੱਕ ਵੀ ਅਖੀਰ 'ਚ ਪਹੁੰਚ ਜਾਂਦੀ ਹੈ। ਸੋ ਉਹ ਟਾਈਮ ਲਓ। ਦੂਸਰੀ ਇੰਪੋਰਟੈਂਟ ਚੀਜ਼ ਕਿ ਤੁਸੀਂ ਇੱਕ 6 ਮਿੰਟ ਵਾਕ ਟੈਸਟ ਹੁੰਦਾ, ਜੇ ਤੁਹਾਨੂੰ ਲੱਗ ਰਿਹਾ ਵੀ ਮੈਨੂੰ ਹਲਕਾ ਸਾਹ ਚੜ੍ਹ ਰਿਹਾ, ਘਬਰਾਹਟ ਕਰਕੇ ਹੈ ਜਾਂ ਕੋਈ ਵਾਕਈ ਪ੍ਰੋਬਲਮ ਹੋ ਰਹੀ ਹੈ, ਤਾਂ ਤੁਸੀਂ ਇਸੇ ਤਰ੍ਹਾਂ ਆਪਣਾ ਪਲਸ ਆਕਸੀਮੀਟਰ ਲਾਇਆ, ਉਹਨੂੰ ਦੇਖਿਆ 1 ਮਿੰਟ, ਫਿਰ ਆਰਾਮ ਨਾਲ ਨਾਰਮਲ ਟਹਿਲਦੇ, ਤੁਸੀਂ ਦੌੜਨਾ ਨਹੀਂ, ਭੱਜਣਾ ਨਹੀਂ, ਆਰਾਮ ਨਾਲ ਨਾਰਮਲ ਵਾਕ ਕਰੋ 6 ਮਿੰਟ ਲਈ। ਤੁਸੀਂ ਆਪਣਾ ਸਟਾਪ ਵਾਚ ਲਾ ਲਓ, ਸਟਾਪ ਵਾਚ ਲਾ ਕੇ ਜਦੋਂ ਤੁਸੀਂ 6 ਮਿੰਟਸ ਪੂਰਾ ਤੁਰ ਕੇ ਆ ਰਹੇ ਹੋ, ਨਾਰਮਲ ਤੁਰ ਕੇ, ਬਗੈਰ ਤੁਸੀਂ ਗਾਣਾ ਗਾਏ, ਬਗੈਰ ਯਾਨੀ ਬੋਲੇ, ਤੁਸੀਂ ਨਾਰਮਲ ਤੁਰ ਕੇ ਆਓ, ਤੇ ਮਨ ਵਿੱਚ ਜੋ ਮਰਜ਼ੀ ਤੁਸੀਂ ਖਿਆਲ ਕਰੋ, ਪਰ ਸਿਵਾਏ ਟੈਨਸ਼ਨ ਨਾ ਲਿਓ ਵੀ ਕੁਛ ਨਹੀਂ ਹੋ ਰਿਹਾ, ਤੁਰ ਹੀ ਰਹੇ ਹਾਂ, ਹਮੇਸ਼ਾ ਤੁਰਦੇ ਸੀ। ਆ ਕੇ ਵਾਪਸ ਫਿਰ ਤੁਸੀਂ ਉਹਨੂੰ ਮੈਜਰ ਕਰ ਲਵੋ। ਜੇ ਉਹ 5% ਤੋਂ ਘੱਟ ਫਾਲ ਹੈ, ਮਤਲਬ ਉਸ ਤੋਂ ਵੱਧ ਨਹੀਂ ਫਾਲ ਜਾ ਰਹੀ, ਤਾਂ ਨਾਰਮਲ ਜੇ, ਕੋਈ ਘਬਰਾਉਣ ਦੀ ਗੱਲ ਨਹੀਂ। ਜੇ ਕਈਆਂ ਦੀ ਤਾਂ ਸਗੋਂ ਕਸਰਤ ਨਾਲ ਤੁਸੀਂ ਆਮ ਬੈਠੇ ਹੋ ਉਹਨਾਂ ਸਾਹ ਖਿੱਚਦੇ ਹੀ ਨਹੀਂ, ਤੁਰਦੇ ਫਿਰਦੇ ਸਗੋਂ ਉਹ ਕਈ ਵਾਰ ਬੈਟਰ ਹੋ ਜਾਂਦੀ ਹੈ। ਸਗੋਂ ਜੇ ਤੁਰ ਕੇ ਆਏ ਹੋ ਤਾਂ ਤੁਹਾਡੀ ਬਿਹਤਰ ਹੋਈ ਹੁੰਦੀ ਹੈ ਪਹਿਲਾਂ ਨਾਲੋਂ। ਸੋ ਇਹਦਾ ਮਤਲਬ ਹੈ ਤੁਸੀਂ ਠੀਕ ਹੋ, ਕੋਈ ਟੈਨਸ਼ਨ ਦੀ ਲੋੜ ਨਹੀਂ। ਤੇ ਨਾ ਵਾਰ-ਵਾਰ ਦੇਖੋ, ਕਈ ਲਗਾਤਾਰ ਲਾ ਕੇ ਹੀ ਬੈਠ ਜਾਂਦੇ ਨੇ ਕਿ ਹੁਣ ਆ 97 ਹੋਈ, ਹੁਣ 96 ਹੋਈ, ਸਾਨੂੰ ਫੋਨ ਆਉਂਦੇ ਨੇ ਇਸ ਤਰ੍ਹਾਂ ਵੀ ਹੁਣ ਜੀ 96 ਸੀ, 15 ਮਿੰਟ ਬਾਅਦ ਹੁਣ 95 ਹੋ ਗਈ। ਤੇ ਕੋਈ ਗੱਲ ਨਹੀਂ, ਤੁਸੀਂ ਇਹ ਸਗੋਂ ਸਟ੍ਰੈਸ ਜਿਹੜਾ ਹੈਗਾ ਉਹ ਤੁਹਾਡਾ ਸਗੋਂ ਇੱਕ ਪਾਸੇ ਪੈਨਿਕ ਅਟੈਕ ਕਰੇਗਾ, ਤੁਹਾਡਾ ਸਗੋਂ ਆਕਸੀਜਨ ਕੰਜ਼ੰਪਸ਼ਨ ਵਧਾਏਗਾ, ਤੁਹਾਡਾ ਬਲੱਡ ਪ੍ਰੈਸ਼ਰ ਵਧਾ ਸਕਦਾ ਉਹ ਸਾਰਾ, ਯਾਨੀ ਤੁਹਾਡਾ ਹਾਰਟ ਰੇਟ ਵੱਧ ਜਾਏਗਾ, ਬਹੁਤ ਸਗੋਂ ਘਬਰਾਹਟ ਦੇ ਲੱਛਣ ਜ਼ਿਆਦਾ ਹੋ ਜਾਣਗੇ, ਜੋ ਕਿ ਠੀਕ ਨਹੀਂ ਹੈ। ਸੋ ਇਹਨੂੰ ਬਿਲਕੁਲ ਆਮ ਖੰਘ ਜ਼ੁਕਾਮ ਵਾਂਗ ਲਓ। ਜੇ ਤੁਹਾਡਾ, ਪਰ ਸਭ ਤੋਂ ਵੱਧ ਇੰਪੋਰਟੈਂਟ ਹੈ ਕਿ ਤੁਸੀਂ ਆਈਸੋਲੇਸ਼ਨ ਕਰੋ। ਜੇ ਬੁਖਾਰ ਹੋਣ ਲੱਗ ਗਿਆ ਤਾਂ ਤੁਸੀਂ ਟੈਸਟ ਜ਼ਰੂਰ ਕਰਵਾ ਲਓ। ਇਸ ਵੇਲੇ ਬੜੇ ਕੇਸ ਆ ਰਹੇ ਨੇ ਸਾਡੇ ਕੋਲ ਪਿੰਡਾਂ ਵਿੱਚ, ਜਿਹੜੇ ਇਸ ਡਰ ਤੋਂ ਕਿ ਸਾਨੂੰ ਸਰੀਰ ਹੀ ਵਾਪਸ ਨਹੀਂ ਮਿਲਣਾ, ਅਸੀਂ ਟੈਸਟ ਹੀ ਨਹੀਂ ਕਰਾਉਣਾ, ਅਸੀਂ ਘਰ ਜਾ ਕੇ ਮਰ ਜਾਂਦੇ ਹਾਂ। ਹੁਣ ਉਹਦੇ ਨਾਲ ਹੁੰਦਾ ਕੀ, ਜੇ ਇਸ ਤਰ੍ਹਾਂ ਦੇ ਕਈ ਕੇਸਿਸ ਆਏ ਜਿਨ੍ਹਾਂ 'ਚ ਘਰ ਦੇ, ਯਾਨੀ ਇੱਕ ਵਾਈਫ ਨੂੰ ਕਿਸੇ ਦਿਨ ਹੋਇਆ ਤੇ ਉਹਨੇ ਕਿਹਾ ਮੈਂ ਤਾਂ ਜਾਣਾ ਨਹੀਂ, ਮੈਂ ਘਰ ਹੀ ਹੋ ਜਾਂਦੀ ਹਾਂ, ਉੱਥੋਂ ਹਸਬੈਂਡ ਨੂੰ ਹੋ ਗਿਆ, ਵੱਡੇ ਵਡੇਰਿਆਂ ਨੂੰ ਘਰ 'ਚ ਹੋ ਗਿਆ, ਸਗੋਂ ਉਹ ਬਾਕੀ ਮਰ ਗਏ ਤੇ ਉਹ ਲੇਡੀ ਸਭ ਤੋਂ ਅਖੀਰ 'ਚ ਮਰੀ, ਯਾਨੀ ਮਰੀ ਉਹ ਵੀ, ਪਰ ਸਿਰਫ ਇਸ ਕੋਲੋਂ ਵੀ ਟੈਸਟ ਹੀ ਨਹੀਂ ਕਰਾਉਣਾ। ਟੈਸਟ ਨਾਲ ਕਿਤੇ ਵੀ ਕਿਸੇ ਨੇ ਫੜਨਾ ਨਹੀਂ, ਤੁਹਾਨੂੰ ਸਿਰਫ ਇੰਨਾ ਪਤਾ ਹੋ ਜਾਂਦਾ ਕਿ ਮੈਂ ਪ੍ਰੀਕਾਸ਼ਨਸ ਕੀ ਲੈਣੀ ਹੈ।
ਸੋ ਦਾ ਟ੍ਰੀਟਮੈਂਟ ਵੀ ਕੁਝ ਨਹੀਂ। ਦੇਖੋ ਜੇ ਤੁਸੀਂ ਸ਼ੁਰੂਆਤੀ ਦੌਰ 'ਚੋਂ ਕੁਝ ਵੀ ਨਹੀਂ ਲੈਣਾ, ਇੱਕ ਬਹੁਤ ਵੱਡੀ ਗੱਲ ਮੈਂ ਅੱਜ ਤੁਹਾਡੇ ਰਾਹੀਂ ਕਹਿਣਾ ਚਾਹੁੰਦੀ ਹਾਂ, ਰੱਬ ਦਾ ਵਾਸਤਾ ਸਟੀਰੋਇਡ ਨਾ ਲਓ। ਪਹਿਲੇ ਦਿਨ ਜਦੋਂ ਅਸੀਂ ਸਟੀਰੋਇਡ ਲੈ ਲੈਂਦੇ ਹਾਂ, ਇਹ ਵਾਇਰਸ ਆਪਣੇ ਆਪ ਹੀ 85% 'ਚ ਖਤਮ ਹੋ ਜਾਣੀ ਹੈ, ਫੈਲ ਨਹੀਂ ਸਕਦੀ। ਸਾਡੇ ਸਰੀਰਾਂ 'ਚ ਇੰਨੀ ਕਮਿਊਨਿਟੀ ਹੈ। ਸੋ 100 ਚੋਂ 85 ਨੇ ਠੀਕ ਹੋਣਾ ਹੀ ਹੋਣਾ। ਉਹ 85 ਵੀ ਕਿਉਂ ਸਾਡੀ ਮੌਤ ਦਰ ਵੱਧ ਰਹੀ ਹੈ? ਕਿਉਂਕਿ ਬਾਜ਼ਾਰੋਂ ਲੈ ਲੈ ਕੇ ਸਟੀਰੋਇਡਸ ਧੱਕੇ ਨਾਲ ਲਈ ਜਾ ਰਹੇ ਨੇ। ਮੈਨੂੰ ਸ਼ਰਮਿੰਦਗੀ ਹੈ ਦੱਸਦਿਆਂ ਵੀ ਕਿ ਕੁਝ ਲੋਕ ਜੋ ਪ੍ਰਾਈਵੇਟ ਥਾਵਾਂ ਤੇ ਜਿਹੜੇ ਕਿ ਇਹ 4 ਰੁਪਏ ਦਾ ਟੀਕਾ ਵੀ 4-4 ਹਜ਼ਾਰ ਦਾ ਲਾਇਆ। ਮੈਂ ਸਾਰਿਆਂ ਤੇ ਤੁਹਮਤਾਂ ਨਹੀਂ ਲਾ ਰਹੀ, ਪਰ ਕੁਝ ਕੇਸਾਂ 'ਚ ਸਾਨੂੰ ਦਿਸਿਆ ਵੀ ਹੈ ਸਾਹਮਣੇ। ਮਾੜੀ ਗੱਲ ਹੈ ਕਿ ਇਹੋ ਜਿਹੇ ਮੌਕੇ ਜਦੋਂ ਦਿਸਦਾ ਹੈ ਕਿ ਤੁਹਾਡੀ ਜ਼ਿੰਦਗੀ ਦਾ ਭਰੋਸਾ ਹੀ ਨਹੀਂ, ਤਾਂ ਇਹ ਪੈਸੇ ਕਿੱਥੇ ਲੈ ਕੇ ਜਾਣੇ ਨੇ? ਉਹ ਵੀ ਇਸ ਹਾਲ ਵਿੱਚ ਜਿੱਥੇ ਦੁਨੀਆ ਫਿਰਦੀ ਜੇ ਦਾਨ ਦੇਣ ਨੂੰ ਤੇ ਤੁਸੀਂ ਲਹੂ ਨਿਚੋੜਨ ਲੱਗ ਜਾਓ, ਮਾੜੀ ਗੱਲ ਹੈ। ਪਰ ਉੱਥੇ ਹੀ ਕਿਰਦਾਰ ਨੇ ਸਾਡੇ ਵੀ। ਦੇਖੋ ਇੱਕ ਆਕਸੀਜਨ ਵੇਚਣ ਵਾਲਾ 900 ਦਾ ਕਹਿੰਦਾ ਮੈਂ 32,000 ਦਾ ਦੇਵਾਂਗਾ। ਫਿਰ ਇੱਕ ਇਹੋ ਜਿਹਾ ਹਾਲ ਹੈ ਕਿ ਐਂਬੂਲੈਂਸ ਵਾਲਾ ਜੋ ਨਾਰਮਲ 'ਚ ਲੈਂਦਾ 4,000 1.5 ਲੱਖ ਰੁਪਇਆ ਲੈਣ ਲੱਗ ਗਏ ਨੇ। ਯਾਨੀ ਇਹ ਸਾਡੇ ਕਿਰਦਾਰ ਨੇ ਕਿ ਅਸੀਂ ਕਿਸੇ ਵੀ ਪੱਧਰ ਤੇ ਛੱਡਦੇ ਨਹੀਂ ਵੀ ਮੌਕਾ ਮਿਲਿਆ ਤਾਂ ਨਿਚੋੜ ਲਓ। ਦੂਜੇ ਪਾਸੇ ਬਿਲਕੁਲ ਦੂਜੇ ਪਾਸੇ ਐਕਸਟ੍ਰੀਮ ਜੇ ਕਿ ਉਹ ਸਾਰਾ ਕੁਝ ਦੇ ਕੇ ਵੀ ਲੋਕ ਕਰੋੜਾਂ ਦੇ ਕੇ ਵੀ ਤਿਆਰ ਨੇ ਕਿ ਸਾਡਾ ਨਾਮ ਵੀ ਨਾ ਆਵੇ ਪਰ ਅਸੀਂ ਦਾਨ ਦਿੱਤਾ। ਸੋ ਹਰ ਤਰ੍ਹਾਂ ਦੇ ਲੋਕ ਮੌਜੂਦ ਹੁੰਦੇ ਨੇ। ਪਰ ਇਹਦੇ ਵਿੱਚ ਮੈਂ ਖਾਸ ਕਹਿ ਦਿਆਂ ਕਿਉਂਕਿ ਕੁਝ ਬਹੁਤਾ ਕਰਨਾ ਹੀ ਨਹੀਂ। ਜ਼ਿੰਕ ਲੈਣਾ ਤੁਸੀਂ, ਵਿਟਾਮਿਨ ਸੀ ਲੈਣੀ ਹੈ, ਤਾਂ ਉਹ ਆਪਣੇ ਮਨ ਦੀ ਤਸੱਲੀ ਲਈ ਲੈ ਰਹੇ ਹੋ ਕਿ ਮੈਂ ਇਹਦੇ ਨਾਲ ਠੀਕ ਹੋ ਜਾਣਾ ਹੈ। ਤੇ ਸਹੀ ਮਾਇਨਿਆਂ ਵਿੱਚ ਉਹੀ ਚੀਜ਼ ਅਸਰ ਕਰਦੀ ਜੇ। ਜਿਹਨੇ ਇਹ ਕਹਿ ਦਿੱਤਾ ਗੱਲ ਹੀ ਕੁਛ ਨਹੀਂ, ਮੈਂ ਠੀਕ ਹੋ ਜਾਣਾ, ਸ਼ੁਕਰ ਹੈ ਹੁਣ ਤੱਕ ਠੀਕ ਰਿਹਾ, ਅਗਾਂਹ ਵੀ ਲੰਘ ਜਾਣਾ, ਉਹਨਾਂ ਨੇ ਠੀਕ ਹੋਣਾ ਹੀ ਹੋਣਾ। ਮੈਂ 82 ਸਾਲ ਦੀ ਇੱਕ ਮੈਂ ਅੱਗੇ ਵੀ ਐਗਜ਼ਾਮਪਲ ਦਿੱਤੀ ਹੈ। ਸਾਡੇ ਕੋਲ ਫੈਲੇ ਹੋਏ ਕੈਂਸਰ ਵਾਲੇ ਸਾਡੇ ਬਜ਼ੁਰਗ ਮਾਂ ਸੀ ਜਿਹੜੇ ਠੀਕ ਹੋ ਕੇ ਗਏ ਨੇ। ਆਪਣੇ ਆਂਢ ਗੁਆਂਢ ਦੇ 2 ਮੰਜਿਆਂ ਵਾਲਿਆਂ ਨੂੰ ਵੀ ਠੀਕ ਕਰਕੇ ਲੈ ਗਏ। ਉਹ ਪਰਵਾਹ ਨਾ ਕਰੋ, ਆਪਾਂ ਠੀਕ ਹੋ ਜਾਣਾ। ਸੋ ਹੌਸਲਾ ਜਿਹੜਾ ਹੈ ਉਹ ਵੱਡੀ ਡਿਸੀਜ਼ ਕਹਿ ਰਹੀ ਹੈ ਇਸ ਬਿਮਾਰੀ ਦੇ ਵਿੱਚ। ਤੁਸੀਂ ਵੀ ਕਰੋਨਾ ਵਾਰਡ ਦੇ ਵਿੱਚ ਜਾਂਦੇ ਹੋ, ਮਰੀਜ਼ਾਂ ਦਾ ਇਲਾਜ ਕਰਦੇ ਹੋ, ਔਰ ਵੈਸੇ ਵੀ ਤੁਸੀਂ ਬੜੇ ਲੋਕਾਂ ਦੇ ਲਈ ਪ੍ਰੇਰਨਾ ਬਣਦੇ ਹੋ। ਹਮੇਸ਼ਾ ਹੀ ਤੁਸੀਂ ਸਮਾਜ ਸੇਵਾ ਬੜੀ ਵੱਡੀ ਲੈਵਲ ਤੇ ਕਰਦੇ ਹੋ। ਡਾਕਟਰ ਸਾਹਿਬ, ਮੇਰਾ ਇੱਕ ਸਵਾਲ ਹੋਰ ਹੈ ਕਿ ਜੇਕਰ ਕੋਈ ਪੋਜ਼ੀਟਿਵ ਆ ਜਾਂਦਾ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਹ ਹੌਸਲਾ ਹੀ ਕਰ ਲਵੇ ਕਿ ਮੈਂ ਠੀਕ ਹਾਂ, ਕੁਝ ਨਹੀਂ ਹੁੰਦਾ, ਠੀਕ ਹੋ ਜਾਊਗਾ, ਆਈਸੋਲੇਟ ਹੋਣਾ ਚਾਹੀਦਾ, ਦੂਜਿਆਂ ਨੂੰ ਫੈਲਾਅ ਤੋਂ ਰੋਕਣਾ ਚਾਹੀਦਾ। ਸੋ ਅਗਰ ਉਹ ਪੋਜ਼ੀਟਿਵ ਕੋਈ ਵਿਅਕਤੀ ਆ ਜਾਂਦਾ, ਉਸ ਨੂੰ ਪਤਾ ਲੱਗ ਜਾਂਦਾ, ਤੇ ਉਸ ਨੂੰ ਪਹਿਲ ਦੇ ਆਧਾਰ ਤੇ ਕੀ ਕਰਨਾ ਚਾਹੀਦਾ? ਕਿਉਂਕਿ ਤੁਸੀਂ ਡਾਕਟਰਸ ਹੋ, ਅੱਗੇ ਨਰਸਿੰਗ ਸਟਾਫ ਹੈ, ਸਫਾਈ ਸੇਵਕ ਹੈ, ਸਾਰੇ ਲੋਕ ਕਰੋਨਾ ਵਾਰਡ ਦੇ ਵਿੱਚ ਜਾਂਦੇ ਆ, ਇਲਾਜ ਵੀ ਕਰਦੇ ਹੋ, ਸਾਰਿਆਂ ਨੂੰ ਕਰੋਨਾ ਤਾਂ ਨਹੀਂ ਹੋ ਗਿਆ। ਤੇ ਇਸ ਤਰ੍ਹਾਂ ਮਤਲਬ ਕੁਝ ਲੋਕ ਡਰ ਜਾਂਦੇ ਆ, ਛੂਹਣਾ ਵੀ ਦੂਰ ਦੀ ਗੱਲ ਹੈ, ਡਿਸਟੈਂਸ ਤਾਂ ਰੱਖਣਾ, ਮਤਲਬ ਅਲਰਜੀ ਕਰਨ ਲੱਗ ਰਹੇ ਆ ਇੱਕ ਦੂਸਰੇ ਤੋਂ। ਇਸ ਚੀਜ਼ ਨੂੰ ਥੋੜਾ ਜਿਹਾ ਡਿਫਾਈਨ ਕਰੋ ਕਿ ਕੀ ਕਰਨਾ ਚਾਹੀਦਾ ਜੇਕਰ ਕਿਸੇ ਨੂੰ ਪਤਾ ਲੱਗ ਗਿਆ ਕਿ ਉਹ ਪੋਜ਼ੀਟਿਵ ਹੋ ਗਿਆ, ਉਸ ਤੋਂ ਬਾਅਦ ਉਹਨੂੰ ਕੀ ਕਰਨਾ ਚਾਹੀਦਾ ਤੇ ਲੋਕਾਂ ਨੂੰ ਕੀ ਕਰਨਾ ਚਾਹੀਦਾ? ਜੀ ਬਿਲਕੁਲ ਨਹੀਂ ਆਉਂਦੇ। ਬੜਾ ਅਜੀਬ ਮਾਹੌਲ। 2 ਕਿੱਸੇ ਮੈਂ ਸਾਂਝੇ ਕਰਨਾ ਚਾਹੁੰਦੀ ਹਾਂ। ਪਹਿਲੀ ਚੀਜ਼ ਕਿ ਇਹ ਸਾਨੂੰ ਸੁਣਨਾ ਪਿਆ ਕਿ ਤੁਸੀਂ ਵੀਡੀਓ ਬਣਾ ਕੇ ਜੀ ਸਾਨੂੰ ਭੇਜ ਦੇਣਾ, ਸੈਂਡ ਕਰ ਦੇਣਾ, ਅਸੀਂ ਤਾਂ ਆਉਣਾ ਹੀ ਨਹੀਂ, ਯਾਨੀ ਨਾ ਤਾਂ ਉੱਥੇ ਜਾਣਾ ਕ੍ਰਿਮੇਸ਼ਨ ਗਰਾਊਂਡ 'ਚ, ਨਾ ਇੱਥੇ ਅਸੀਂ ਆਉਣਾ ਹੀ ਨਹੀਂ, ਆਪੇ ਹੀ ਤੁਸੀਂ ਵੀਡੀਓ ਬਣਾ ਕੇ ਤੇ ਸਾਨੂੰ ਸੈਂਡ ਕਰ ਦਿਓ। ਯਾਨੀ ਇਸ ਤਰੀਕੇ ਦੀ ਐਕਸਟ੍ਰੀਮ ਹੈ। ਦੂਜੇ ਪਾਸੇ ਜੋ ਪਹਿਲੀ ਵਾਰ ਮੈਨੂੰ ਆਪਣੀ ਜ਼ਿੰਦਗੀ 'ਚ ਵੇਖਣ ਨੂੰ ਮਿਲਿਆ ਕਿ ਵੈਂਟੀਲੇਟਰ ਜੇ ਨਹੀਂ ਹੈ ਤਾਂ ਜੇ ਉੱਥੋਂ ਡੈੱਡ ਬੋਡੀ ਨਿਕਲੀ ਹੈ ਤਾਂ ਇੱਕ ਹੋਰ ਜਣਾ ਜਿਹਦਾ ਕਿ ਜ਼ਾਹਰ ਹੈ ਜੋ ਵੀ ਵੈਂਟੀਲੇਟਰ ਤੇ ਪੈਣ ਵਾਲਾ ਹੈ ਤੇ ਉਹਦੀ ਵੀ ਬਚਣ ਦੀ ਉਮੀਦ ਨਾ ਬਰਾਬਰ ਵੱਲੋਂ ਹੀ ਅਸੀਂ ਜੇ ਲੈ ਕੇ ਤੁਰੀਏ, ਤਾਂ ਅਸੀਂ ਇਹ ਹਾਲ ਵੇਖਿਆ ਕਿ ਉਹਨਾਂ ਵੱਲੋਂ ਖੁਸ਼ੀ ਦਾ ਮਾਹੌਲ, ਤਾੜੀਆਂ ਮਾਰੀਆਂ ਜਾਣੀਆਂ, ਲਓ ਜੀ ਖਾਲੀ ਹੋਇਆ। ਯਾਨੀ ਇੱਕ ਹੋਰ ਦੀ ਮੌਤ ਤੇ ਅਸੀਂ ਖੁਸ਼ੀ ਮਨਾ ਰਹੇ ਹਾਂ ਕਿ ਚਲੋ ਜੀ ਅਗਲਾ ਸਾਡਾ ਪੈ ਜਾਣਾ, ਹੁਣ ਅਗਲੀ ਮੌਤ ਸਾਡੀ ਲਾਸ਼ ਆਊਗੀ ਤਾਂ ਇੱਕ ਤੀਸਰਾ ਜਣਾ ਤਾੜੀਆਂ ਮਾਰੇਗਾ। ਇਹ ਕਿਸ ਤਰ੍ਹਾਂ ਦੀ ਸਾਡੀ ਸੋਚ ਹੋ ਗਈ ਹੈ? ਵਿਗਾੜ ਹੋ ਗਿਆ ਸਾਡੀ ਸੋਚ ਵਿੱਚ, ਜਿੱਥੇ ਇੱਕ ਦੂਜੇ ਪ੍ਰਤੀ ਕੋਈ ਕੰਸੀਡਰੇਸ਼ਨ, ਕੋਈ ਸਾਡੇ ਅੰਦਰੋਂ ਹਿਊਮੈਨਿਟੀ ਜਿਵੇਂ ਮੁੱਕਦੀ ਜਾਂਦੀ ਵਾਲੀ ਗੱਲ ਹੋ ਰਹੀ ਹੈ। ਸੋ ਇੱਕ ਜਿਹੜਾ ਖਿਆਲ ਰੱਖਣ ਦੀ ਲੋੜ ਹੈ, ਤੁਸੀਂ ਰੈਗੂਲਰ ਜਿਵੇਂ ਮੈਂ ਦੱਸਿਆ ਬੁਖਾਰ ਦੀ ਗੋਲੀ ਲੈ ਸਕਦੇ ਹੋ, ਬਹੁਤੀਆਂ ਦਵਾਈਆਂ ਸਗੋਂ ਨਾ ਲਓ ਤਾਂ ਠੀਕ ਰਹੋਗੇ। ਆਮ ਕੋਲਡ ਦੀ ਕੋਈ ਤੁਸੀਂ ਦਵਾਈ ਲੈਣੀ, ਹਵਾ ਜਿਹੜੀ ਹੈ ਫਰੈਸ਼ ਲਈਏ ਤੇ ਐਟੀਟਿਊਡ ਜਿਹੜਾ ਹੈ ਪੋਜ਼ਿਟਿਵ ਰੱਖੀਏ। ਪਹਿਲਾਂ 60 ਸਾਲ ਤੋਂ ਉੱਪਰ ਵਾਲੇ ਲੋਕਾਂ ਨੇ ਲਿੱਤੀ, ਫਿਰ ਫਰੰਟ ਲਾਈਨ ਯੋਧੇ ਸੀ ਉਹਨਾਂ ਨੇ ਲਿੱਤੀ, ਹੁਣ 18 ਸਾਲ ਤੋਂ ਵੱਧ ਵਾਲਿਆਂ ਨੂੰ ਸਾਰਿਆਂ ਨੂੰ ਸ਼ੁਰੂ ਕਰ ਦਿੱਤੀ ਹੈ। ਇਸ ਦਾ ਕਿੰਨਾ ਕੁ ਰੋਲ ਹੈ ਜੀ? ਦੇਖੋ ਹੈਗਾ ਇਹ ਇਲਾਕਾ ਤੇ ਇਸੇ ਤਰ੍ਹਾਂ ਅਫਗਾਨਿਸਤਾਨ ਦਾ ਇੱਕ ਇਲਾਕਾ
ਜਿੱਥੇ ਟੀਕਾਕਰਨ ਦਾ ਵਿਰੋਧ ਕਰ ਰਹੇ ਨੇ ਉਹਨਾਂ ਥਾਵਾਂ ਤੇ ਪੋਲੀਓ ਦੇ ਸਿਰਫ ਇੱਕਾ ਦੁੱਕਾ ਕੇਸ ਮਿਲ ਰਹੇ ਨੇ, ਬਾਕੀ ਦੁਨੀਆ 'ਚੋਂ ਇਹ ਵੀ ਖਤਮ ਲਗਭਗ ਹੋ ਗਿਆ। ਮੀਜ਼ਲਸ ਦੇ ਵੀ ਖਤਮ ਹੋਣ ਦਾ ਪੂਰਾ ਜ਼ੋਰ ਲਾਇਆ ਗਿਆ ਸੀ। ਟੀਕਾਕਰਨ ਸਾਰੀ ਦੁਨੀਆ 'ਚ ਸ਼ੁਰੂ ਹੋਇਆ, ਫੇਲ ਹੋਣ ਦਾ ਸਿਰਫ ਇਹ ਕਾਰਨ ਹੋਇਆ ਕਿ ਇਹੀ ਕੁਝ ਗਰੁੱਪ ਸਨ ਜਿਨ੍ਹਾਂ ਨੇ ਕਿਹਾ ਕਿ ਅਸੀਂ ਟੀਕਾਕਰਨ ਨਹੀਂ ਕਰਨ ਦੇਣਾ, ਨਹੀਂ ਲਵਾਉਣਾ। ਸੋ ਉਹਨਾਂ ਸਦਕਾ ਇਹ ਅਜੇ ਖਤਮ ਨਹੀਂ ਹੋ ਸਕਿਆ। ਐਗਜ਼ੈਕਟਲੀ ਉਹੀ ਹਾਲ ਹੋਣੇ। ਦੇਖੋ, ਪਹਿਲੀ ਚੀਜ਼ ਕਿ ਇਹ ਕਰੋਨਾ ਦੇ ਟੀਕੇ ਦੇ ਨਾਲ ਹੀ ਕਹਿ ਦਿੱਤਾ ਗਿਆ ਸੀ ਇਹ ਇਨਫੈਕਸ਼ਨ ਨਹੀਂ ਰੋਕ ਸਕਦਾ, ਪਰ ਜਿਸ ਪਾਸਿਓਂ ਇਹਦਾ ਫਾਇਦਾ ਉਹ ਇਹ ਹੈ ਕਿ ਜਿੰਨੀ ਵੱਡੀ ਗਿਣਤੀ 'ਚ ਮੌਤਾਂ ਹੋ ਰਹੀਆਂ ਨੇ ਉਹਨਾਂ ਮੌਤਾਂ ਨੂੰ ਰੋਕ ਸਕਦਾ। ਸੋ ਜੇ ਸਾਨੂੰ ਜ਼ਿੰਦਗੀ ਮਿਲ ਰਹੀ ਹੋਏ ਤਾਂ ਫਿਰ ਇਹਨੂੰ ਲਵਾਉਣ 'ਚ ਕੀ ਡਰ ਹੈ। ਦੇਖੋ ਨਾ, ਤੁਸੀਂ ਆਪਣੇ ਬੱਚਿਆਂ ਵੱਲ ਝਾਤ ਮਾਰੋ, ਜੰਮਦੇ ਸਾਰ ਟੀਕਾਕਰਨ ਸ਼ੁਰੂ ਹੁੰਦਾ ਹੈ ਕਿ ਨਹੀਂ। ਸੋ ਜੇ ਅਸੀਂ ਉਦੋਂ 13, 14 ਜਾਂ 15 ਬਿਮਾਰੀਆਂ ਲਈ ਟੀਕੇ ਲਵਾ ਰਹੇ ਹਾਂ ਬੱਚਿਆਂ ਨੂੰ, ਤਾਂ ਇੱਕ 16ਵੀਂ ਲਈ ਕੀ ਪੀੜ ਹੈ ਜਿਹਦੇ ਨਾਲ ਤੁਹਾਨੂੰ ਪਤਾ ਹੈ ਯਕੀਨੀ ਤੌਰ 'ਤੇ ਮੌਤ ਨਹੀਂ ਹੋਏਗੀ, ਸੀਰੀਅਸ ਬਿਮਾਰੀ ਨਹੀਂ ਹੋਏਗੀ, ਹਸਪਤਾਲ ਦਾਖਲ ਹੋਣ ਤੋਂ ਬਚ ਸਕਦੇ ਹਾਂ, ਤਾਂ ਫਿਰ ਲਵਾਉਣ 'ਚ ਕੀ ਗੁਰੇਜ਼ ਹੈ। ਜੇ ਅਸੀਂ ਕਹਿੰਦੇ ਹਾਂ ਇਹਦੇ ਨਾਲ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਹੈ, ਸਰੀਰ ਟੁੱਟਦਾ, ਬੁਖਾਰ ਹੋਇਆ, ਕਿਸੇ ਨੂੰ ਟੱਟੀਆਂ ਲੱਗੀਆਂ, ਜੋੜਾਂ 'ਚ ਦਰਦ ਹੋਏ, ਕੋਈ ਉਲਟੀ ਆਈ ਜਾਂ ਟੱਟੀ ਆਈ, ਤਾਂ ਐਗਜ਼ੈਕਟਲੀ ਉਹ ਵੀ ਉਨੇ ਕੁ ਫੀਸਦ ਕੇਸ ਬੱਚਿਆਂ ਵਿੱਚ ਵੀ ਹੁੰਦੇ ਨੇ। ਬਹੁਤ ਥੋੜ੍ਹੇ ਫੀਸਦ ਕੇਸਾਂ 'ਚ ਇਹ ਸਾਈਡ ਇਫੈਕਟਸ ਨੇ, ਪਰ ਜਾਨਲੇਵਾ ਜੇ ਅਸੀਂ ਕਹਾਂਗੇ ਤਾਂ ਸਿਗਰਟ ਨਾਲ ਮੌਤਾਂ ਵੱਧ ਹੋ ਰਹੀਆਂ ਜੇ, ਭੁੱਖਮਰੀ ਨਾਲ 10 ਗੁਣਾ ਵੱਧ ਹੋ ਰਹੀਆਂ ਨੇ, ਮਲੇਰੀਏ ਨਾਲ ਇਸ ਤੋਂ ਕਈ ਗੁਣਾ ਉਤਾਂ ਹੋ ਰਹੀਆਂ ਨੇ, ਐਕਸੀਡੈਂਟ ਵਿੱਚ 25 ਗੁਣਾ ਵੱਧ ਹੋ ਰਹੀਆਂ ਨੇ, ਅਤੇ ਇਹਦੇ 'ਚ 0.0004% ਕਿੱਡੀ ਕੁ ਵੱਡੀ ਗੱਲ ਹੁੰਦੀ ਜੇ। ਯਾਨੀ ਜੇ ਆਪਾਂ ਵੱਡੀ ਗਿਣਤੀ ਲੋਕਾਂ ਨੂੰ ਬਚਾ ਸਕਦੇ ਹਾਂ ਤਾਂ ਟੀਕਾਕਰਨ ਜ਼ਰੂਰ ਕਰਵਾ ਲੈਣਾ ਚਾਹੀਦਾ। ਕੁਝ ਲੋਕ ਕਹਿੰਦੇ ਕਿ ਜੇ ਟੀਕਾ ਲਗਵਾਵਾਂਗੇ ਨਪੁੰਸਕ ਹੋ ਜਾਏंगे। ਕੁਝ ਲੋਕਾਂ ਦਾ ਕਹਿਣਾ ਹੈ ਕਿ ਜਨਸੰਖਿਆ ਘਟਾਉਣ ਵਾਸਤੇ ਕੀਤਾ ਜਾ ਰਿਹਾ ਹੈ। ਜਿਸ ਤਰ੍ਹਾਂ ਬੁਖਾਰ ਇਤਿਆਦਿ ਤੁਸੀਂ ਗੱਲ ਕਰਦੇ ਹੋ, ਬੁਖਾਰ ਤੇ ਜਦੋਂ ਬੱਚੇ ਦਾ ਟੀਕਾ ਲੱਗਦਾ ਤੇ ਉਹਨੂੰ ਵੀ ਹੁੰਦਾ, ਮੈਂ ਵੈਕਸੀਨ ਕਰਵਾਈ ਹੈ, ਮੈਨੂੰ ਥੋੜ੍ਹਾ ਜਿਹਾ ਮਹਿਸੂਸ ਹੋਇਆ ਪਰ ਬੁਖਾਰ ਨਹੀਂ ਹੋਇਆ, ਨਾਰਮਲ ਆ। ਤੇ ਇਹ ਜਿਹੜੇ ਲੋਕ ਹੈ ਕਿਸ ਤਰ੍ਹਾਂ ਦੇ ਵਿਚਾਰ ਰੱਖਦੇ ਹੈ। ਕੁਝ ਲੋਕਾਂ ਨੇ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਤੇ ਕਿਹਾ ਕਿ ਨਪੁੰਸਕਤਾ ਵੱਧ ਜੂਗੀ ਜੀ, ਇਹ ਟੀਕੇ ਨਾਲ ਲੋਕ ਨਪੁੰਸਕ ਹੋ ਜਾਣਗੇ। ਸ਼ਾਇਦ ਇਸੇ ਕਰਕੇ ਲੋਕਾਂ ਦਾ ਜਿਹੜਾ ਹੈ ਰੁਝਾਨ ਘਟ ਗਿਆ ਟੀਕੇ ਦੇ ਵਿੱਚ। ਜਿੱਦਾਂ ਤੁਸੀਂ ਕਿਹਾ ਕਿ ਜੇਕਰ ਜ਼ਿੰਦਗੀ ਬਚਾ ਸਕਦਾ ਤੇ ਕਿੱਡੀ ਕੁ ਵੱਡੀ ਦਿੱਕਤ ਹੈ, ਅਸੀਂ 15 ਬਿਮਾਰੀਆਂ ਲਈ ਟੀਕੇ ਲਵਾਉਂਦੇ ਆ, 16ਵੀਂ ਲਈ ਕਿਉਂ ਨਹੀਂ ਲਵਾਉਂਦੇ। ਇਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਮੈਂ ਸ਼ੁਰੂ 'ਚ ਹੀ ਜਦੋਂ ਗੱਲ ਕੀਤੀ ਸੀ ਮੈਂ ਇਹੀ ਤੁਹਾਨੂੰ ਕਿਹਾ ਸੀ ਕਿ ਕੁਝ ਲੋਕਾਂ ਦੀ ਹੋਂਦ ਸਿਰਫ ਇਸ 'ਤੇ ਟਿਕੀ ਹੁੰਦੀ ਹੈ ਕਿ ਕਿਸੇ ਹੋਰ ਦੀ ਲਕੀਰ ਛੋਟੀ ਕਰ ਸਕੀਏ। ਉਹਨਾਂ ਕੋਲ ਆਪਣਾ ਕੁਝ ਵੀ ਨਹੀਂ ਹੁੰਦਾ ਜਿਹੜਾ ਇਹ ਕਹਿ ਸਕਣ ਕਿ ਮੇਰੀ ਆਪਣੀ ਹੋਂਦ ਜਾਂ ਹੈਸੀਅਤ ਮੇਰੇ ਆਪਣੇ ਕੰਮ ਕਰਕੇ ਹੈ। ਜਦੋਂ ਤੁਸੀਂ ਕਿਸੇ ਹੋਰ ਦਾ ਸਵਾਰ ਹੀ ਨਾ ਕੁਝ ਸਕੇ ਹੋਵੋ ਤਾਂ ਇੱਕ ਅਫਵਾਹ ਫੈਲਾ ਕੇ ਤੁਹਾਡੀ ਬੱਲੇ ਬੱਲੇ ਚੁਫੇਰੇ ਹੋ ਸਕਦੀ ਹੈ। ਸਾਡੀ ਹਿਊਮਨ ਸਾਈਕੀ ਵੀ ਨੈਗੇਟਿਵਿਟੀ ਵੱਲ ਵੱਧ ਖਿੱਚੀ ਜਾਂਦੀ ਹੈ। ਸੋ ਜਦੋਂ ਕਿਸੇ ਦਾ ਮਾੜਾ ਹੁੰਦਾ ਵੇਖੀਏ, ਕਤਲ ਹੋ ਗਿਆ, ਖੂਨ ਹੋ ਗਿਆ, ਜਾਂ ਪਤੀ ਪਤਨੀ ਦੀ ਲੜਾਈ ਪਬਲਿਕ ਹੋ ਗਈ, ਤਾਂ ਵਿਊਜ਼ ਦੇਖਿਆ ਕਰੋ ਕਿੰਨੇ ਕੁ ਵੱਧ ਨੇ। ਅਤੇ ਜਦੋਂ ਹੁੰਦਾ ਕਿਸੇ ਨੇ ਕਿਸੇ ਨੂੰ ਹਸਪੀਟਲ ਜਾ ਕੇ ਪਹੁੰਚਾਇਆ ਤਾਂ ਉਹਦੇ ਵਿਊਜ਼ ਮੇਰਾ ਖਿਆਲ 1000 ਗੁਣਾ ਘੱਟ ਹੋਣਗੇ, ਕਿਉਂਕਿ ਅਸੀਂ ਪੋਜ਼ਿਟਿਵਿਟੀ ਵੱਲ ਖਿੱਚੇ ਨਹੀਂ ਜਾਂਦੇ। ਸੋ ਇਹ ਨੈਗੇਟਿਵ ਗੱਲਾਂ ਫੈਲਾਉਣ ਵਾਲਿਆਂ ਕੋਲ ਕੋਈ ਹੋਰ ਕੰਮ ਹੀ ਨਹੀਂ ਹੈ। ਸਿਰਫ ਇੰਨਾ ਕਿ ਅਸੀਂ ਇਹਦੇ ਉਲਟ ਗੱਲ ਕਰਾਂਗੇ ਤਾਂ ਸਾਡੇ ਵੱਲ ਲੋਕ ਖਿੱਚੇ ਆਉਣਗੇ, ਸਾਡੇ ਵੱਲ ਯਾਨੀ ਸਾਡੀ ਇੰਪੋਰਟੈਂਸ ਵੱਧ ਜਾਣੀ ਹੈ। ਮੇਰਾ ਇਹੀ ਬੇਨਤੀ ਹੈ ਕਿ ਜਿਹੜੇ ਲੋਕ ਸਿਰਫ ਇਹਨਾਂ ਲੋਕਾਂ ਦੇ ਕਹਿਣ ਸਦਕਾ ਹੀ ਟੀਕਾ ਨਹੀਂ ਲਵਾ ਰਹੇ, ਜ਼ਰਾ ਕਿ ਉਹਨਾਂ ਦੇ ਪਿਛਾਂ ਕਿਰਦਾਰ ਵੱਲ ਝਾਤ ਮਾਰ ਲਿਓ ਕਿ ਕਿੰਨੀ ਕੁ ਉਹ ਪੜ੍ਹੇ ਲਿਖੇ, ਕਿਸ ਉਚਾਈ ਤੱਕ ਗਏ ਅਤੇ ਕਿਸ ਬੇਸ ਦੇ ਆਧਾਰ ਉੱਤੇ ਇਹ ਗੱਲ ਕਰ ਰਹੇ ਨੇ। ਜਦੋਂ ਪੂਰੀ ਦੁਨੀਆ ਰਸਤੇ ਜਾ ਰਹੀ ਹੈ ਜਿੱਥੇ ਵੱਡੇ ਵੱਡੇ ਵਿਕਸਿਤ ਮੁਲਕ ਕਾਬੂ ਕਰਨ ਵੱਲ ਜਾ ਚੁੱਕੇ ਨੇ ਸਿਰਫ ਟੀਕਾਕਰਨ ਸਦਕਾ, ਤਾਂ ਅਸੀਂ ਨਾ ਕਹਿ ਕੇ ਕਿੰਨਿਆਂ ਨੂੰ ਇੱਥੇ ਹੋਰ ਮਾਰਨ ਵੱਲ ਤੱਕ ਰਹੇ ਹਾਂ। ਤੁਸੀਂ ਦੇਖੋ, ਅਨੇਕ ਇਹੋ ਜਿਹੇ ਜੋ ਫੇਸਬੁੱਕਸ 'ਤੇ ਕਹਿੰਦੇ ਸੀ ਮੈਂ ਕਰੋਨਾ ਨਹੀਂ ਮੰਨਦਾ, ਉਹਨਾਂ ਨੂੰ ਹੋਈ ਤੇ ਮੌਤ ਦੇ ਮੂੰਹ ਵਿੱਚ ਗਏ ਵੀ ਨੇ। ਸਾਡੇ ਕੋਲ ਇਹੋ ਜਿਹੇ ਵੀ ਸੀ ਕੇਸ ਜਿਹੜੇ ਛਾਤੀ 'ਤੇ ਹੱਥ ਮਾਰਦੇ ਆਏ ਸੀ, ਮੈਂ ਗੇੜਾ ਲਾ ਕੇ ਆਉਣਾ, ਮੈਨੂੰ ਕਦੇ ਵੀ ਕੁਛ ਨਹੀਂ ਹੋਣਾ, ਅੱਜ ਉਹ ਜ਼ਿੰਦਾ ਨਹੀਂ ਹਨ। ਸੋ ਇਹੋ ਜਿਹੇ ਜਿਹੜੇ ਕਹਿ ਰਹੇ ਨੇ ਕਿ ਟੀਕਾਕਰਨ ਨਾਲ ਤੁਸੀਂ ਨਪੁੰਸਕ ਹੀ ਸਿਰਫ ਹੋਣਾ, ਹੋਰ ਕੁਝ ਵੀ ਨਹੀਂ ਹੋਣਾ, ਮੇਰੀ ਬੇਨਤੀ ਹੈ ਇੱਕ ਵਾਰ ਆਓ, ਕਰੋਨਾ ਵਾਰਡ ਦੇ ਵਿੱਚ 2 ਘੰਟੇ ਡਿਊਟੀ ਕਰੋ ਅਤੇ ਫਿਰ ਤੁਰ ਕੇ ਸਭ ਦਾ ਹਾਲ ਚਾਲ ਪੁੱਛੋ, ਅਤੇ ਅਸੀਂ ਬੜੇ ਖੁਸ਼ ਹੋਵਾਂਗੇ ਜੇ ਤੁਸੀਂ ਇਹ ਸਾਬਤ ਕਰ ਦਿਓਗੇ ਕਿ ਹਾਂਜੀ ਮੈਂ ਵਾਰਡ ਵਿੱਚ ਡਿਊਟੀ ਕਰ ਆਇਆ, ਸਭ ਦਾ ਹਾਲ ਚਾਲ ਪੁੱਛਿਆ, ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖ ਕੇ ਆਇਆ ਅਤੇ ਮੈਨੂੰ ਦੇਖੋ ਕੁਝ ਵੀ ਨਹੀਂ ਹੋਇਆ। ਬੜੀ ਅੱਛੀ ਗੱਲ ਹੋਏਗੀ ਤਾਂ ਅਸੀਂ ਸਾਰਿਆਂ ਨੂੰ ਇਹ ਸਗੋਂ ਜਿਸ ਮਹਾਂਮਾਰੀ 'ਚੋਂ ਲੰਘ ਰਹੇ ਹਾਂ ਅਸੀਂ ਛੇਤੀ ਠੀਕ ਹੋਵਾਂਗੇ। ਸੋ ਵੈਲਕਮ ਕਰਦੇ ਹਾਂ ਉਹਨਾਂ ਸਾਰਿਆਂ ਨੂੰ ਕਿ ਆਓ, ਜਿੱਥੇ ਧੜਾ ਧੜ ਸਾਡੇ ਇੱਥੇ
ਲੋਕਾਂ ਦੀ ਮੌਤ ਹੋ ਰਹੀ ਹੈ, ਜਿੱਥੇ ਹੰਝੂ ਵਹਾਉਣ ਵਾਲਾ ਵੀ ਕੋਈ ਨਹੀਂ ਇਸ ਵੇਲੇ ਮਿਲ ਰਿਹਾ, ਆਓ ਤੇ ਬੈਠੋ, ਡਿਊਟੀ ਕਰੋ, ਤਾਂ ਕਿ ਤੁਹਾਨੂੰ ਅੰਦਾਜ਼ਾ ਹੋਵੇ। ਕਿਉਂਕਿ ਜਿਸ ਤਰੀਕੇ ਸਾਡੇ ਡਾਕਟਰ ਮੌਤ ਦੇ ਮੂੰਹ ਵਿੱਚ ਜਾ ਰਹੇ ਨੇ ਦਿਨ ਰਾਤ ਡਿਊਟੀਆਂ ਕਰਕੇ, ਜਿਵੇਂ ਉਹਨਾਂ ਦੇ ਨਿੱਕੇ ਨਿੱਕੇ ਬੱਚੇ ਰੋਂਦੇ ਕੁਰਲਾਉਂਦੇ ਨੇ ਤੇ ਉਹਨਾਂ ਨੂੰ ਅਸੀਂ ਨੇੜੇ ਵੀ ਨਹੀਂ ਜਾਣ ਦੇ ਸਕ ਰਹੇ ਉਹਨਾਂ ਦੇ ਮਾਂ ਜਾਂ ਪਿਓ ਕੋਲ। ਉਹਨਾਂ ਦਾ ਕੀ ਕਸੂਰ ਹੈ? ਨੌਜਵਾਨ ਬੱਚੇ ਪੜ੍ਹ ਕੇ ਜੋ ਹੁਣ ਡਾਕਟਰੀ ਅਜੇ ਨਿਕਲੇ ਨੇ, ਜ਼ਰਾ ਉਹਨਾਂ ਦੇ ਮਾਂ ਪਿਓ ਦਾ ਹਾਲ ਵੀ ਸੋਚੀਏ ਕਿ ਉਹ ਸਿਰਫ ਇਸ ਕਰਕੇ ਮੌਤ ਦੇ ਮੂੰਹ ਵਿੱਚ ਗਏ ਕਿ ਅਸੀਂ ਹੋਰਾਂ ਦੀਆਂ ਜਾਨਾਂ ਬਚਾ ਸਕੀਏ। ਉਹਨਾਂ ਦੇ ਮਾਪਿਆਂ ਨੂੰ ਜਾ ਕੇ ਕਹਿ ਕੇ ਵੇਖੋ ਕਿ ਕਰੋਨਾ ਨਹੀਂ ਹੈ, ਤਾਂ ਫਿਰ ਉਹਨਾਂ ਦੀ ਅੱਖਾਂ 'ਚ ਝਾਕ ਕੇ ਜਵਾਬ ਦੇਣਾ ਕਿ ਉਹ ਕੀ ਕਹਿਣਾ ਚਾਹੁੰਦੇ ਨੇ। 5 ਦਿਨ ਤੱਕ ਤੁਸੀਂ ਸਿਰਫ ਇਸ ਨੂੰ ਚੈੱਕ ਕਰ ਸਕਦੇ ਹੋ। 6-7 ਦਿਨ ਜਦੋਂ ਹਾਲਤ ਨਹੀਂ ਸੁਧਰਦੀ ਤਾਂ ਨੇੜੇ ਦੇ ਡਾਕਟਰ ਨੂੰ ਜਾਂ ਨੇੜੇ ਦੇ ਹਸਪਤਾਲ ਨੂੰ, ਕੋਵਿਡ ਸੈਂਟਰ ਨੂੰ ਇਤਲਾਹ ਦਿੱਤੀ ਜਾਵੇ। ਕੈਮਰਾਮੈਨ ਦੀਪਕ ਸ਼ਰਮਾ ਦੇ ਨਾਲ ਅਨੁਰਾਗ ਸ਼ਰਮਾ, ਪਟਿਆਲਾ ਤੋਂ।